ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵੀਸਰਿਆ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੀ ਇਲਾਹੀ ਕੀਰਤੀ ਨੂੰ ਸਰਵਣ ਕਰ ਰਹੀ ਸਾਧ ਸੰਗਤ ਜੀਓ। ਆਪ ਜੀ ਵਡਭਾਗੇ ਹੋ ਜੋ ਕਿ ਵਿਦਵਾਨਾਂ ਪਾਸੋਂ ਸਤਿਗੁਰਾਂ ਦਾ ਹਰ ਜਸ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਆਓ ਜਿਤਨਾ ਸਮਾਂ ਮਿਲਿਆ ਉਸ ਸਮੇਂ ਨੂੰ ਜਾਣਦਿਆਂ ਹੋਇਆਂ ਆਪ ਜੀ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਨੂੰ ਸਾਂਝਿਆ ਕਰਦਿਆਂ ਹੋਇਆਂ ਅਤੇ ਗੁਰਬਾਣੀ ਰੂਪ ਦੇ ਵਿੱਚ ਸਾਹਿਬ ਦਾ ਇਤਿਹਾਸ ਸਾਂਝਾ ਕਰਕੇ ਖਿਮਾ ਦਾ ਜਾਚਕ ਹੋਵਾਂਗਾ। ਬਖਸ਼ੋ ਆਸ਼ੀਸ਼, ਸਤਿਗੁਰਾਂ ਪਾਸੋਂ ਆਗਿਆ ਮੰਗੀਏ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਵਿੱਚ ਵਰਤ ਕੇ ਆਪਣੇ ਇਤਿਹਾਸ ਅਤੇ ਗੁਰਬਾਣੀ ਰੂਪ ਦੇ ਵਿੱਚ ਵਿਚਾਰ ਕਰਨ ਦੀ ਬਲ ਸਮੱਤ ਬਖਸ਼ਣ। ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜਦੋਂ ਆਪਾਂ ਸਾਹਿਬ ਦੇ ਜੀਵਨ ਨੂੰ ਪੜ੍ਹਨੇ ਆ ਤੇ ਵਾਚਨੇ ਆ, ਉਸ ਦੇ ਵਿੱਚੋਂ ਜਿਹੜੀ ਪ੍ਰਫੁੱਲਤਾ ਦੀ ਇੱਕ ਸੁਗੰਧੀ, ਇੱਕ ਮਹਿਕ ਜਿਹੜੀ ਨਜ਼ਰ ਆਉਂਦੀ ਹੈ, ਉਹ ਸਭ ਤੋਂ ਪਹਿਲਾਂ ਅਸੀਂ ਵਾਚਦੇ ਹਾਂ ਕਿ ਸਤਿਗੁਰਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਇੱਕ ਨਾਮ ਦਾ ਆਧਾਰ ਬਣਾਇਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਧੰਨ ਗੁਰੂ ਨਾਨਕ ਦੇਵ ਜੀ ਨੇ ਐਸਾ ਪੰਥ ਚਲਾਇਆ ਜਿਹੜੇ ਭਰਮਾਂ ਨੂੰ ਕੱਟ ਕੇ, ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ, ਤੇ ਉੱਥੇ ਆਪਾਂ ਸ਼ਬਦ ਵੀ ਵਰਤਦੇ ਹਾਂ, ਧੰਨ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ। ਉਹ ਹਨੇਰ ਅਗਿਆਨਤਾ ਦਾ ਹਨੇਰ, ਵਿਕਾਰਾਂ ਦਾ ਹਨੇਰ, ਤੇ ਜਿਹੜੀ ਲੁਕਾਈ ਭਰਮਾਂ ਵਿੱਚ ਪੈ ਕੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਟੁੱਟੀ ਸੀ, ਉਸ ਲੁਕਾਈ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਾਮ ਦੇ ਨਾਲ ਜੋੜਿਆ। ਤੇ ਉੱਥੇ ਪਿਆਰਿਓ, ਜਦੋਂ ਸਾਹਿਬ ਦਾ ਅਸੀਂ ਜੀਵਨ ਪੜ੍ਹਨੇ ਆ ਤੇ ਸਭ ਤੋਂ ਪ੍ਰਫੁੱਲਤਾ ਦੀ ਚੀਜ਼, ਜਿਹੜੀ ਸੁਗੰਧੀ ਤੇ ਮਹਿਕ ਆਉਂਦੀ ਹੈ, ਉਹ ਹੈ ਸਤਿਗੁਰਾਂ ਦੇ ਜੀਵਨ ਦੇ ਵਿੱਚ ਨਿਮਰਤਾ। ਮੈਂ ਆਪ ਜੀ ਦੇ ਨਾਲ ਸ਼ਬਦ ਸਾਂਝਾ ਕਰਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਉਹ ਕਿਹੜੀ ਨਿਮਰਤਾ ਨੂੰ ਕਮਾਇਆ, ਕਿਉਂਕਿ ਸਾਹਿਬ ਪੀਰਾਂ ਦੇ ਪੀਰ ਨੇ, ਰਹਿਬਰਾਂ ਦੇ ਰਹਿਬਰ ਨੇ। ਉਸ ਪੀਰ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਆਧਾਰ ਬਣਾ ਕੇ ਆਪਣੇ ਜੀਵਨ ਦੇ ਵਿੱਚ ਐਸੀ ਨਿਮਰਤਾ ਕਮਾਈ। ਉਸ ਨਿਮਰਤਾ ਦੇ ਨਾਲ ਅਕਾਲ ਪੁਰਖ ਪਰਮਾਤਮਾ, ਉੱਥੇ ਆਪਾਂ ਸ਼ਬਦ ਵੀ ਪੜ੍ਹਦੇ ਹਾਂ ਕਿ ਬਲਿਓ ਚਰਾਗ ਅੰਧਿਆਰ ਮਹੇ, ਸਭ ਕੁਲ ਉਦਰੀ ਇੱਕ ਨਾਮ ਧਰਮ,
ਪ੍ਰਗਟ ਸਗਲ ਹਰ ਭਵਨ ਮਹੇ ਜਨ ਨਾਨਕ ਗੁਰ ਪਾਰ ਬ੍ਰਹਮ। ਉਹ ਅਕਾਲ ਪੁਰਖ ਪਰਮਾਤਮਾ ਦਾ ਸਵਰੂਪ ਨੇ, ਉਹ ਅਕਾਲ ਪੁਰਖ ਪਰਮਾਤਮਾ ਦਾ ਰੂਪ ਨੇ। ਉਥੇ ਮੈਂ ਨਿਮਰਤਾ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ। ਉਥੇ ਸਾਹਿਬ ਨੇ ਸ਼ਬਦ ਵਰਤੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਚਰਣੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਾਂ ਲਾਲੀ ਪਿਓ ਲਾਲਾ ਮੇਰਾ, ਹੋ ਲਾਲੇ ਕਾ ਜਾਇਆ। ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਖਾਹੇ ਤਾਂ ਪਾਣੀ ਪੀਏ ਤਾਂ ਪਾਣੀ, ਆਣੀ ਮੀਰਾ ਖਾਹੇ ਤਾਂ ਪੀਸਣ ਜਾਓ। ਪੱਖਾ ਫੇਰੀ ਪੈਰ ਮਲੋਵਾ, ਜਪਤ ਰਹਾ ਤੇਰਾ ਨਾਉ। ਮੁੱਲ ਖਰੀਦੀ ਨਾਨਕ ਲਾਲਾ, ਬਖਸ਼ੇ ਤੁਧ ਵਡਿਆਈ। ਆਦ ਜੁਗਾਦ ਦਇਆ ਪਤ ਦਾਤਾ, ਤੁਧ ਬਿਨ ਮੁਕਤ ਨਾ ਪਾਈ। ਸਤਿਗੁਰ ਜੀ ਉੱਥੇ ਫਰਮਾਨ ਕਰਦੇ ਨੇ, ਮੈਂ ਸਤਿਗੁਰਾਂ ਦਾ ਐਸਾ ਚਾਕਰ ਬਣਿਆ, ਜੇ ਅਕਾਲ ਪੁਰਖ ਪਰਮਾਤਮਾ ਨੂੰ ਭਾਉਂਦਾ ਹੈ, ਜੇ ਉਸ ਨੂੰ ਕਿਤੇ ਆਪਣੇ ਦਰ ਦੇ ਉੱਤੇ ਸੇਵਾ ਵਾਸਤੇ ਸੇਵਕ ਚਾਹੀਦਾ ਹੈ, ਤੇ ਮੈਂ ਐਸਾ ਸੇਵਕ ਬਣਾ, ਐਸੇ ਨਿਮਰਤਾ ਦੇ ਘਰ ਦੇ ਵਿੱਚ ਆਵਾਂ। ਜੇ ਮੇਰੇ ਪਿਆਰੇ ਨੂੰ ਭਾਉਂਦਾ ਹੈ, ਉਸ ਨੂੰ ਪਾਣੀ ਦੀ ਲੋੜ ਹੈ, ਤੇ ਮੈਂ ਉਹਦੇ ਦਰ ਦੇ ਉੱਤੇ ਪਾਣੀ ਢੋਵਾਂ। ਜੇ ਉਸ ਨੂੰ ਪੱਖਾ ਝੱਲਣ ਦੀ ਤਪਸ਼ ਲੱਗਦੀ ਪਈ ਹੈ, ਪੱਖਾ ਝੱਲਣ ਦੀ ਲੋੜ ਹੈ, ਤੇ ਮੈਂ ਉਸ ਦੇ ਦਰ ਦੇ ਉੱਤੇ ਪੱਖਾ ਝੱਲਾਂ। ਜੇ ਕਿਤੇ ਉਸ ਨੂੰ ਪ੍ਰਸ਼ਾਦਿਆਂ ਦੀ ਲੋੜ ਪੈਂਦੀ ਹੈ, ਤੇ ਮੈਂ ਉਹਦੇ ਦਰ ਦੇ ਉੱਤੇ ਪੀਣੇ ਪੀ ਕੇ ਪ੍ਰਸ਼ਾਦੇ ਤਿਆਰ ਕਰਾਂ। ਐਸੀ ਸਤਿਗੁਰਾਂ ਦੇ ਦਰ ਦੇ ਉੱਤੇ ਨਿਮਰਤਾ ਦੇ ਘਰ ਦੇ ਵਿੱਚ ਆ ਕੇ ਅਰਦਾਸ ਕੀਤੀ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਚਰਣੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਅੱਗੇ ਫਰਮਾਨ ਕੀਤਾ, ਮਾਂ ਲਾਲੀ ਪਿਓ ਲਾਲਾ ਮੇਰਾ, ਹੋ ਲਾਲੇ ਕਾ ਜਾਇਆ। ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਪੀਏ ਤਾਂ ਪਾਣੀ ਆਣੀ ਮੀਰਾ, ਖਾਹੇ ਤਾਂ ਪੀਸਣ ਜਾਓ। ਪੱਖਾ ਫੇਰੀ ਪੈਰ ਮਿਲੋਵਾ, ਜਪਤ ਰਹਾ ਤੇਰਾ ਨਾਉ। ਮੈਂ ਅਕਾਲ ਪੁਰਖ ਪਰਮਾਤਮਾ ਦੇ ਦਰ ਦੇ ਉੱਤੇ ਐਸਾ ਗੋਲਾ ਬਣ ਗਿਆ, ਮੈਂ ਉਹਦੀ ਸੇਵਾ ਦੇ ਵਿੱਚ ਹਰ ਵਕਤ ਹਰ ਸਮੇਂ ਦੇ ਵਿੱਚ ਆਪਣੇ ਇੱਕ ਸਾਸ ਗਿਰਾਸ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਦੇ ਵਿੱਚ ਜੁੜਿਆ। ਸਤਿਗੁਰਾਂ ਨੇ ਨਿਮਰਤਾ ਦੀ ਗੱਲ ਸਮਝਾਈ। ਉਸ ਤੋਂ ਬਾਅਦ ਮੈਂ ਸਾਹਿਬ ਦਾ ਜੀਵਨ ਆਪ ਜੀ ਦੇ ਨਾਲ ਸਾਂਝਾ ਕਰਾਂ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਨਿਮਰਤਾ ਆਪਣੇ ਜੀਵਨ ਦੇ ਵਿੱਚ ਕਮਾਈ ਹੈ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਦੇ ਪ੍ਰਕਾਸ਼, ਜਦੋਂ ਸਤਿਗੁਰਾਂ ਦਾ ਆਗਮਨ ਹੁੰਦਾ ਹੈ, ਉਹਦੇ ਮੈਂ ਇੱਕ ਆਪ ਜੀ ਦੇ ਨਾਲ ਪੱਖ ਸਾਂਝਾ ਕਰਕੇ ਤੇ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨਾ ਚਾਹਾਂਗਾ। ਸਤਿਗੁਰਾਂ ਦੇ ਜੀਵਨ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਦੋਂ ਪ੍ਰਕਾਸ਼ ਹੋਇਆ, ਉਸ ਸਮੇਂ ਪਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਘਰ ਅੱਜ ਇੱਕ ਬੱਚੇ ਦਾ ਜਨਮ ਹੋਇਆ। ਤੇ ਜਦੋਂ ਜਨਮ ਹੁੰਦਾ ਹੈ, ਸਤਿਗੁਰਾਂ ਦਾ ਜਨਮ ਹੋਇਆ, ਤੇ ਉੱਥੇ ਦਾਈ ਦੌਲਤਾਂ ਜੀ ਕਿਹਾ ਜਾਂਦਾ ਹੈ। ਅੱਜ ਪਿਤਾ ਕਲਿਆਣ ਦਾਸ ਵਿਹੜੇ ਵਿੱਚ ਬੈਠਾ ਹੈ, ਤੇ ਉੱਥੇ ਦਾਈ ਦੌਲਤਾਂ ਸਤਿਗੁਰਾਂ ਦੇ ਘਰ ਦੇ ਵਿੱਚ ਆਉਂਦੇ ਨੇ। ਆਏ ਦਾਈ ਦੌਲਤਾਂ ਆਈ ਤੇ ਅੱਜ ਆ ਕੇ ਕਾਲੂ ਨੂੰ ਕਹਿੰਦੀ ਹੈ, ਵੇ ਕਾਲੂ, ਜੇ ਤੇਰੇ ਘਰ ਦੇ ਵਿੱਚ ਕਿਸੇ ਬੱਚੇ ਨੇ ਜਨਮ ਲਿਆ ਤੇ ਮੇਰੀ ਝੋਲੀ ਭੰਡਾਰਿਆਂ ਦੇ ਨਾਲ, ਮੇਰੀ ਝੋਲੀ ਮਾਇਆ ਦੇ ਨਾਲ ਭਰ ਦਵੀਂ। ਤੇ ਅੱਜ ਕਲਿਆਣ ਦਾਸ ਜੀ ਨੇ ਆਖਿਆ, ਦਾਈ ਦੌਲਤਾਂ, ਜੇ ਮੇਰੇ ਘਰ ਦੇ ਵਿੱਚ ਅੱਜ ਪੁੱਤਰ ਨੇ ਜਨਮ ਲਿਆ ਤੇ ਮੈਂ ਤੇਰੀ ਜਿਹੜੀ ਦੌਲਤਾਂ ਦੇ ਨਾਲ ਝੋਲੀ ਭਰ ਦਿਆਂਗਾ। ਅੱਜ ਦਾਈ ਦੌਲਤਾਂ, ਜਦੋਂ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁੰਦਾ ਹੈ, ਤੇ ਦਾਈ ਦੌਲਤਾਂ ਨੇ ਜਦੋਂ ਸਤਿਗੁਰਾਂ ਦਾ ਪਹਿਲਾ ਦਰਸ਼ ਤੱਕਿਆ, ਤੱਕਦੀ ਉਹਦੇ ਅੰਦਰ ਦੀ ਦੌਲਤ ਦੀ ਭੁੱਖ ਜਿਹੜੀ ਉਹ ਖਤਮ ਹੋ ਗਈ। ਦੌਲਤ ਦੀ ਭੁੱਖ ਜਦੋਂ ਖਤਮ ਹੋਈ ਤੇ ਪਿਆਰਿਓ, ਅੱਜ ਦਾਈ ਦੌਲਤਾਂ ਬਾਹਰ ਆਉਂਦੀ ਹੈ। ਪਿਤਾ ਕਲਿਆਣ ਦਾਸ ਨੂੰ ਆ ਕੇ ਆਖਿਆ ਕਿ ਕਲਿਆਣ ਦਾਸ ਜੀ, ਤੁਹਾਡੇ ਪੁੱਤਰ ਦਾ ਦਰਸ਼ ਦੇਖਦਿਆਂ ਮੇਰੇ ਅੰਦਰ ਦੀ ਸਾਰੀ ਤ੍ਰਿਪਤੀ ਹੋ ਗਈ, ਮੇਰੇ ਅੰਦਰ ਦੀਆਂ ਸਾਰੀਆਂ ਇੱਛਾਵਾਂ ਹੀ ਖਤਮ ਹੋ ਗਈਆਂ ਨੇ। ਮੈਂ ਅੰਦਰ ਜਿਹੜਾ ਟਿਕਾਵ ਤੇਰੇ ਪੁੱਤਰ ਦੇ ਦਰਸ਼ਨ ਕਰਦਿਆਂ ਹੋਇਆਂ, ਅੰਦਰ ਦੇ ਸਾਰੇ ਜਿਹੜੀ ਮੇਰੀ ਇੱਛਾਵਾਂ ਸੀ,
ਮੇਰੀਆਂ ਸ਼ੁਭ ਮਨੋਕਾਮਨਾਵਾਂ ਸੀ, ਦੌਲਤ ਦੀ ਜਿਹੜੀ ਭੁੱਖ ਸੀ ਉਹ ਮੇਰੀ ਸਾਰੀ ਖਤਮ ਹੋ ਗਈ। ਅੱਜ ਦਾਈ ਦੌਲਤਾਂ ਨੇ ਇਹ ਸ਼ਬਦ ਵਰਤੇ। ਉਸ ਤੋਂ ਅੱਗੇ ਪਿਆਰਿਓ, ਮੈਂ ਆਪ ਜੀ ਦੇ ਨਾਲ ਸਤਿਗੁਰਾਂ ਦੀ, ਜਦੋਂ ਸਤਿਗੁਰ ਆਪਣੇ ਜੀਵਨ ਦੇ ਵਿੱਚ ਉਦਾਸੀਆਂ ਵੱਲ ਤੁਰੇ, ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂ। ਸਤਿਗੁਰ ਜੀ ਆਪਣੇ ਜੀਵਨ ਦੇ ਵਿੱਚ ਪਹਿਲੀ ਉਦਾਸੀ ਕਰਦੇ ਨੇ, ਤੇ ਪਹਿਲੀ ਉਦਾਸੀ ਦੇ ਸਮੇਂ ਸਤਿਗੁਰ ਜੀ ਜਦੋਂ ਆਪਣੇ ਜੀਵਨ ਦੇ ਵਿੱਚ ਉਦਾਸੀਆਂ ਕਰਦੇ ਹੋਏ ਅੱਗੇ ਵਧੇ, ਤੇ ਅੱਜ ਭਾਈ ਲਾਲੋ ਦੇ ਘਰ ਦੇ ਵਿੱਚ ਪਹਿਲੀ ਉਦਾਸੀ ਕੀਤੀ। ਤੇ ਮੈਂ ਬੇਨਤੀ ਕਰਾਂ, ਸਭ ਤੋਂ ਪਹਿਲੀ ਸਤਿਗੁਰਾਂ ਨੇ ਧਰਮਸ਼ਾਲ ਜਿਹੜੀ ਭਾਈ ਲਾਲੋ ਦੀ ਕੁੱਲੀ ਦੇ ਵਿੱਚ ਵਿਆਪਕ ਕੀਤੀ। ਤੇ ਉੱਥੇ ਪਿਆਰਿਓ, ਜਦੋਂ ਭਾਈ ਲਾਲੋ ਜੀ ਦੇ ਘਰ ਜਾਂਦੇ ਨੇ, ਅੱਜ ਸਤਿਗੁਰ ਜੀ ਭਾਈ ਲਾਲੋ ਜੀ ਦੇ ਘਰ ਪਹੁੰਚੇ। ਤੀਸਰੀ ਉਦਾਸੀ ਦੇ ਵੇਲੇ ਭਾਈ ਲਾਲੋ ਜੀ ਦੇ ਘਰ ਪਹੁੰਚੇ, ਤੇ ਅੱਜ ਭਾਈ ਲਾਲੋ ਨੂੰ ਨਾਲ ਲੈ ਕੇ ਸਤਿਗੁਰ ਜੀ ਜਦੋਂ ਤੀਸਰੀ ਉਦਾਸੀ ਦੇ ਸਮੇਂ ਜਾਂਦੇ ਨੇ, ਤੇ ਪਿਆਰਿਓ ਰਾਹ ਦੇ ਵਿੱਚ ਕੁਝ ਪੰਡਿਤ ਮਿਲੇ, ਵਿਦਵਾਨ ਮਿਲੇ। ਉਹ ਵਿਦਵਾਨ ਮਿਲਦੇ ਨੇ ਤੇ ਉਹਨਾਂ ਨੇ ਸਤਿਗੁਰਾਂ ਨੂੰ ਸਵਾਲ ਕੀਤੇ ਕਿ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਿੱਥੇ ਕੁ, ਉਹ ਕਿੰਨੇ ਕੁ ਸਮੇਂ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਨੂੰ ਪੁੱਛਣ ਲੱਗੇ। ਸਤਿਗੁਰਾਂ ਨੇ ਉਹਨਾਂ ਪੰਡਤਾਂ ਨੂੰ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਬਾਰੇ ਸਮਝਾਇਆ। ਉਸ ਤੋਂ ਬਾਅਦ ਸਤਿਗੁਰਾਂ ਜੀ ਦੇ ਉਸ ਵਿਚਾਰਾਂ ਤੋਂ ਇੰਨੇ ਪ੍ਰੇਰਣਕ ਹੋਏ, ਉਹ ਵੀ ਸਤਿਗੁਰਾਂ ਦੇ ਨਾਲ ਤੁਰ ਪਏ। ਤੇ ਸਤਿਗੁਰ ਜੀ ਅੱਜ ਤੀਸਰੀ ਉਦਾਸੀ ਦੇ ਸਮੇਂ ਅਹਿਮਦਾਬਾਦ ਦੀ ਧਰਤੀ ਤੇ ਜਾਂਦੇ ਨੇ, ਜਿਸ ਦਾ ਪਹਿਲਾ ਨਾਮ ਸੈਦਪੁਰ ਸੀ। ਉਥੇ ਅਹਿਮਨਾ ਨਾਮ ਦੀ ਇੱਕ ਦਾਈ ਆਈ। ਉਸ ਦਾਈ ਤੇ ਨਾਮ ਤੋਂ ਉਸ ਨਗਰ ਦਾ ਨਾਮ ਅਹਿਮਦਾਬਾਦ ਪਿਆ। ਅੱਜ ਸਤਿਗੁਰ ਜੀ ਅਹਿਮਦਾਬਾਦ ਦੀ ਧਰਤੀ ਤੇ ਪਹੁੰਚੇ। ਜਦੋਂ ਪਹੁੰਚੇ ਤੇ ਉੱਥੇ ਜਾ ਕੇ ਵਿਆਪਕ ਹੋਏ। ਅੱਜ ਉੱਥੇ ਕੀ ਤੱਕਦੇ ਨੇ, ਅਹਿਮਦਾਬਾਦ ਦੀ ਧਰਤੀ ਦੇ ਉੱਤੇ ਵਾਜੇ ਵੱਜ ਰਹੇ ਨੇ, ਸੰਗੀਤ ਵੱਜ ਰਹੇ ਨੇ, ਉੱਥੇ ਭਾਵ ਵਿਆਹ ਰੱਖਿਆ। ਉੱਥੋਂ ਦੇ ਲੋਕ, ਹੰਕਾਰੇ ਲੋਕ ਜਿਹੜੇ ਨਸ਼ੇ ਦੇ ਵਿੱਚ ਚੂਰ ਨੇ, ਉੱਥੋਂ ਦੀਆਂ ਸਵਾਣੀਆਂ ਬੀਬੀਆਂ ਆਪਣੇ ਹਾਰ ਸ਼ਿੰਗਾਰ, ਆਪਣੇ ਜੋਬਨ ਦੇ ਵਿੱਚ ਵਿਆਪਕ ਨੇ। ਤੇ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਜਾ ਕੇ ਉੱਥੇ ਭਾਈ ਬਾਲਾ ਜੀ, ਮਰਦਾਨਾ ਜੀ ਨਾਲ ਨੇ, ਉਹ ਸਾਧੂ ਵੀ ਨਾਲ ਨੇ, ਜਾ ਕੇ ਵਿਆਪਕ ਹੋਏ। ਤੇ ਕਿਸੇ ਨੇ ਸਤਿਗੁਰਾਂ ਨੂੰ ਪ੍ਰਸ਼ਾਦੇ ਪਾਣੀ ਵਾਸਤੇ ਨਹੀਂ ਪੁੱਛਿਆ। ਉੱਥੇ ਨਾਨਕ ਪ੍ਰਕਾਸ਼ ਦੇ ਵਿੱਚ ਲਿਖਿਆ ਹੈ, ਸਤਿਗੁਰਾਂ ਨੇ ਕਿਹਾ ਅਗਰ ਉਹਨਾਂ ਨੇ ਆ ਕੇ ਨਹੀਂ ਪੁੱਛਿਆ ਤੇ ਤੁਸੀਂ ਆਪ ਜਾ ਕੇ ਪ੍ਰਸ਼ਾਦੇ ਪਾਣੀ ਲੈ ਆਓ। ਭਾਈ ਮਰਦਾਨਾ ਜੀ ਜਾਂਦੇ ਨੇ ਨਾਲ, ਸਾਧੂ ਗਏ ਅਹਿਮਦਾਬਾਦ ਦੀ ਧਰਤੀ ਦੇ ਵਿੱਚ। ਜਦੋਂ ਪਹੁੰਚੇ, ਉਹਨਾਂ ਨੇ ਘਰ ਜਾ ਕੇ ਕੁੰਡੇ ਖੜਕਾਏ। ਉੱਥੋਂ ਦੇ ਹੰਕਾਰੇ ਲੋਕ ਜਿਹੜੇ ਆਪਣੇ ਜੋਬਨ ਦਾ ਹੰਕਾਰ ਕਰਦੇ ਨੇ, ਨਸ਼ੇ ਦੇ ਵਿੱਚ ਪਲੀਤ ਨੇ। ਤੇ ਪਿਆਰਿਓ, ਉੱਥੋਂ ਦੇ ਹੰਕਾਰੇ ਲੋਕ, ਸਵਾਣੀਆਂ ਬੀਬੀਆਂ ਜਿਹੜੀਆਂ ਨੇ ਆਪਣੇ ਹਾਰ ਸ਼ਿੰਗਾਰ ਦੇ ਵਿੱਚ ਚੂਰ ਨੇ, ਉਹਨਾਂ ਨੇ ਪ੍ਰਸ਼ਾਦੇ ਦਾ ਟੁੱਕੜ ਤੱਕ ਨਹੀਂ ਦਿੱਤਾ, ਹੰਕਾਰ ਦੇ ਵਿੱਚ ਚੂਰ ਨੇ। ਤੇ ਭਾਈ ਮਰਦਾਨਾ ਜੀ ਇੱਕ ਘਰ ਦੇ ਵਿੱਚ ਗਏ। ਉੱਥੋਂ ਉਹਨਾਂ ਨੇ ਠੱਠਰ ਤੇ ਮਖੌਲ ਕੀਤੇ, ਝੇਡਾਂ ਕੀਤੀਆਂ। ਦੂਸਰੇ ਘਰ ਦੇ ਵਿੱਚ ਜਾਂਦੇ ਨੇ। ਤੀਜੇ ਘਰ 'ਚ ਜਦੋਂ ਪਹੁੰਚੇ, ਉੱਥੋਂ ਇੱਕ ਹੰਕਾਰਾ ਬੰਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਪਲੀਤ ਉਹ ਬਾਹਰ ਆਇਆ। ਉਸਨੇ ਭਾਈ ਮਰਦਾਨੇ ਜੀ ਨੂੰ ਧੱਕਾ ਮਾਰਿਆ। ਭਾਈ ਮਰਦਾਨਾ ਜੀ ਡਿੱਗ ਪੈਂਦੇ। ਜਦੋਂ ਡਿੱਗੇ ਤੇ ਉਹਨਾਂ ਦੇ ਗੋਡੇ ਤੇ ਸੱਟ ਲੱਗੀ। ਉੱਥੋਂ ਉੱਠੇ ਚੱਲੇ ਤੇ ਸਤਿਗੁਰਾਂ ਨੇ ਕਿਹਾ ਸੀ, ਭਾਈ ਮਰਦਾਨਾ ਜੀ ਜਦੋਂ ਤੁਸੀਂ ਜਾਓਗੇ ਤੇ ਮੇਰੇ ਅਨੰਨ ਸੇਵਕ ਭਾਈ ਲਾਲੋ ਨੂੰ ਜ਼ਰੂਰ ਲੈ ਕੇ ਆਇਓ। ਭਾਈ ਲਾਲੋ ਜੀ ਨੂੰ ਆਵਾਜ਼ ਮਾਰੀ, ਅੱਜ ਨਾਲ ਲੈ ਕੇ ਤੁਰੇ ਨੇ। ਉਹ ਸਾਧੂ ਸੇਵਕ ਭਾਈ ਮਰਦਾਨਾ ਜੀ ਭਾਈ ਲਾਲੋ ਜੀ ਨਾਲ ਜਾਂਦੇ ਨੇ। ਜਦੋਂ ਸਤਿਗੁਰਾਂ ਦੇ ਕੋਲ ਪਹੁੰਚੇ, ਭਾਈ ਲਾਲੋ ਆਪਣੇ ਘਰੋਂ ਭੁੱਜੇ ਛੋਲੇ ਦਾਣੇ ਲੈ ਕੇ ਗਿਆ। ਉਹਨਾਂ ਨੇ ਜਾ ਕੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕੀਤੀ ਤੇ ਉਹ ਭੁੱਜੇ ਛੋਲੇ, ਉਹ ਦਾਣੇ ਦਿੱਤੇ। ਕਿਹਾ ਸਤਿਗੁਰੂ ਜੀ ਅੰਗੀਕਾਰ ਕਰੋ। ਸਤਿਗੁਰਾਂ ਨੇ ਉਹ ਛੋਲੇ ਅੰਗੀਕਾਰ ਕੀਤੇ, ਸਾਧੂਆਂ ਦੇ ਵਿੱਚ ਵੰਡੇ, ਭਾਈ ਮਰਦਾਨਾ ਜੀ ਨੂੰ ਦਿੱਤੇ ਤੇ ਪੁੱਛਿਆ ਪ੍ਰਸ਼ਾਦੇ ਪਾਣੀ ਦਾ ਕੀ ਬਣਿਆ। ਭਾਈ ਮਰਦਾਨਾ ਜੀ ਕਹਿੰਦੇ ਨੇ, ਸਤਿਗੁਰੂ ਜੀ ਇੱਥੋਂ ਦੇ ਹੰਕਾਰੇ ਲੋਕ, ਉਹਨਾਂ ਨੇ ਪ੍ਰਸ਼ਾਦਾ ਪਾਣੀ ਤੇ ਕੀ ਛਕਾਣਾ ਸੀ, ਉਲਟਾ ਠੱਠਰ ਤੇ ਮਖੌਲ ਕੀਤੇ ਤੇ ਭਾਈ ਮਰਦਾਨੇ ਨੂੰ ਧੱਕਾ ਮਾਰਿਆ। ਭਾਈ ਮਰਦਾਨੇ ਦੇ ਗੋਡੇ ਦੇ ਉੱਤੇ ਸੱਟ ਲੱਗੀ। ਤੇ ਸਤਿਗੁਰੂ ਜੀ ਅਸੀਂ ਉਸ ਸਥਾਨ ਦੇ ਉੱਤੋਂ ਆ ਕੇ ਤੁਹਾਡੇ ਕੋਲ ਵਿਰਾਜੇ ਆ। ਤੇ ਉੱਥੇ ਸਤਿਗੁਰਾਂ ਨੇ ਆਖਿਆ ਸੀ, ਇਹ ਹੰਕਾਰੇ ਲੋਕ
ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਕਾਲ ਪੁਰਖ ਪਰਮਾਤਮਾ ਦੇ ਪਿਆਰਿਆਂ ਦੀ, ਉਹਦੇ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਿਵੇਂ ਕਰੀਦਾ ਹੈ। ਇਸ ਅਹਿਮਨਾਬਾਦ ਦੀ ਧਰਤੀ ਦੇ ਉੱਤੇ ਐਸਾ ਝੱਖੜ ਚੁੱਲੇਗਾ, ਇਹਦੇ ਉੱਤੇ ਬਾਬਰ ਪਾਪ ਦੀ ਜੰਝ ਲੈ ਕੇ ਆ ਰਿਹਾ ਹੈ, ਜਿਹੜਾ ਇਸ ਅਹਿਮਨਾਬਾਦ ਦੀ ਧਰਤੀ ਨੂੰ, ਇਸ ਅਹਿਮਨਾਬਾਦ ਦੀ ਧਰਤੀ ਦੇ ਉੱਤੇ ਐਸਾ ਘਾਣ ਹੋਵੇਗਾ ਕਿ ਇਹ ਜਿਹੜੇ ਹੰਕਾਰੇ ਮਤਵਾਲੇ ਸ਼ਰਾਬ ਦੇ ਲੋਕ ਜਿਹੜੇ ਨੇ, ਇਹ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਜਾਣਗੇ। ਉੱਥੇ ਸਾਹਿਬ ਨੇ ਬਾਣੀ ਉਚਾਰੀ, ਜਿਹੜੀ ਬਾਣੀ ਜਿਸ ਦੇ ਵਿੱਚ 7 ਵਾਰ ਭਾਈ ਲਾਲੋ ਦਾ ਨਾਮ ਆਉਂਦਾ ਹੈ। ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲ ਹੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਭੇਲੇਖੇ ਲਾਏ ਵੇ ਲਾਲੋ, ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰੇ ਤੇ ਆਖਿਆ, ਇਸ ਅਹਿਮਨਾਬਾਦ ਦੀ ਧਰਤੀ ਦੇ ਉੱਤੇ ਐਸਾ ਘਾਣ ਹੋਵੇਗਾ, ਇੱਥੇ ਗਲੀਆਂ ਦੇ ਵਿੱਚ ਫੱਟ ਖਿਲਰ ਜਾਣਗੇ, ਬੰਦਿਆਂ ਦੇ ਟੁਕੜੇ ਕਰਕੇ ਸੁੱਟੇ ਜਾਣਗੇ। ਬਾਵਣ ਆਪਣੇ ਪਾਪ ਦੀ ਜੰਝ ਲੈ ਕੇ ਆ ਰਿਹਾ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਅੱਜ ਉਸ ਧਰਤੀ ਦੇ ਉੱਤੇ ਵਿਆਪਕ ਨੇ, ਤੇ ਉੱਥੋਂ ਇੱਕ ਬ੍ਰਾਹਮਣ ਆਪਣੇ ਘਰੋਂ ਭੱਜ ਕੇ ਜਾ ਕੇ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਦੇ ਅੱਗੇ ਆ ਕੇ ਪ੍ਰਸ਼ਾਦਾ ਤਿਆਰ ਕਰਕੇ ਉਸਨੇ ਰੱਖਿਆ। ਕਹਿੰਦੇ, ਸਤਿਗੁਰੂ ਜੀ ਇਸ ਅਹਿਮਨਾਬਾਦ ਦੀ ਧਰਤੀ ਨੂੰ ਬਚਾ ਲਵੋ। ਤੇ ਸਤਿਗੁਰਾਂ ਨੇ ਕਿਹਾ, ਇਹ ਜੋ ਹੁਣ ਨਿਸ਼ਚੈ ਹੋ ਗਿਆ ਹੈ ਉਹ ਟਾਲਿਆ ਨਹੀਂ ਜਾ ਸਕਦਾ। ਹੁਣ ਏਦਾਂ ਕਰੋ, ਭਾਈ ਲਾਲੋ ਜੀ ਨੂੰ ਆਖਿਆ, ਤੁਸੀਂ ਆਪਣੇ ਬਾਬੇ ਚਾਚਿਆਂ ਨੂੰ ਲੈ ਕੇ ਇੱਥੋਂ 2 ਕੋਰ ਦੂਰ ਚਲੇ ਜਾਓ। ਉੱਥੇ ਇੱਕ ਸੁੱਕਾ ਤਲਾਬ ਹੈ, ਉੱਥੇ ਜਾ ਕੇ ਤੁਸੀਂ ਵਿਸ਼ਰਾਮ ਕਰੋ। ਜਦੋਂ ਬਾਬਰ ਦੀ ਪਾਪ ਦੀ ਜੰਝ ਹੋ ਕੇ ਇੱਥੋਂ ਚਲੀ ਜਾਵੇਗੀ, ਫਿਰ ਤੁਸੀਂ ਆ ਕੇ ਇਸ ਧਰਤੀ ਤੇ ਵਸੇਰਾ ਕਰਿਓ। ਉਸੇ ਰਾਤ ਬਾਬਰ ਆਉਂਦਾ ਹੈ। ਬਾਬਰ ਨੇ ਉਹਨਾਂ ਨਸ਼ੇ ਦੇ ਮਤਵਾਲੇ ਲੋਕਾਂ ਦੇ ਉੱਤੇ ਆ ਕੇ ਐਸਾ ਘਾਣ ਕੀਤਾ, ਬਾਬਰ ਦੇ ਸਿਪਾਹੀਆਂ ਨੇ ਉਹਨਾਂ ਨੂੰ ਵੱਢ ਫੱਟ ਕੇ ਅਹਿਮਨਾਬਾਦ ਦੀ ਗਲੀਆਂ ਦੇ ਵਿੱਚ ਖਿਲਾਰ ਦਿੱਤਾ। ਜਦੋਂ ਖਿਲਾਰਿਆ ਪਿਆਰਿਓ, ਉੱਥੇ ਬੱਚਿਆਂ ਦੀਆਂ ਆਂਦਰੀਆਂ ਖਿਲਰੀਆਂ, ਤੇ ਅੱਜ ਜਿਹੜੀਆਂ ਸਵਾਣੀਆਂ ਬੀਬੀਆਂ ਆਪਣੇ ਜੋਬਨ ਦਾ ਹੰਕਾਰ ਪੇ ਕਰਦੀਆਂ ਸੀ, ਉਹਨਾਂ ਨੂੰ ਬੰਦੀ ਬਣਾ ਕੇ ਲੈ ਗਿਆ। ਅੱਜ ਬਾਬਰ ਨੇ ਬੰਦੀ ਬਣਾਇਆ, ਲੈ ਕੇ ਗਿਆ। ਉੱਥੋਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾ ਲਿਆ ਨਾਲ, ਤੇ ਲੈ ਕੇ ਜਾਂਦੇ ਨੇ। ਭਾਈ ਮਰਦਾਨਾ ਜੀ, ਬਾਲਾ ਜੀ ਨਾਲ ਨੇ। ਅੱਜ ਜਦੋਂ ਬੰਦੀ ਬਣਾ ਕੇ ਲੈ ਕੇ ਗਏ, ਤੇ ਉੱਥੇ ਰਾਹ ਦੇ ਵਿੱਚ ਜਦੋਂ ਲੈ ਕੇ ਜਾਂਦੇ ਨੇ, ਤੇ ਸਤਿਗੁਰਾਂ ਦੇ ਇਤਿਹਾਸ ਕਹਿੰਦਾ, ਸਤਿਗੁਰਾਂ ਦੇ ਸਿਰ ਦੇ ਉੱਤੇ ਉਸ ਨੇ ਪੰਡ ਚਕਾਈ। ਜਦੋਂ ਪੰਡ ਚਕਾਉਂਦਾ ਤੇ ਭਾਈ ਬਾਲੇ ਜੀ ਦੇ ਹੱਥ ਦੇ ਵਿੱਚ ਇੱਕ ਘੋੜਾ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਬਾਲਿਆ ਰਬਾਬ ਛੇੜ ਬਾਣੀ ਆਈਏ। ਤੇ ਭਾਈ ਬਾਲਾ ਕਹਿੰਦਾ, ਸਤਿਗੁਰੂ ਜੀ ਮੇਰੇ ਹੱਥ ਦੇ ਵਿੱਚ ਘੋੜਾ ਹੈ, ਇਹ ਬੜਾ ਫੁਰਤੀਲਾ ਹੈ, ਜੇ ਮੈਂ ਇਸ ਨੂੰ ਛੱਡਿਆ ਤੇ ਤੁਰਕ ਮਾਰਨਗੇ। ਤੇ ਸਤਿਗੁਰੂ ਜੀ ਕਹਿੰਦੇ, ਬਾਲਿਆ ਸਤਨਾਮ ਵਾਹਿਗੁਰੂ ਦਾ ਉਚਾਰਨ ਕਰ, ਇਹ ਜਿਹੜਾ ਘੋੜਾ ਤੇਰੇ ਨਾਲ ਆਪ ਤੁਰੇਗਾ। ਉੱਥੇ ਭਾਈ ਬਾਲੇ ਨੇ ਉਚਾਰਨ ਕੀਤਾ, ਘੋੜਾ ਆਪ ਨਾਲ ਤੁਰਦਾ ਹੈ। ਉੱਥੇ ਬਾਣੀ ਉਚਾਰੀ, ਸਤਿਗੁਰੂ ਜੀ ਨੇ ਉਪਦੇਸ਼ ਕੀਤਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ, ਤੈ ਕੀ ਦਰਦ ਨਾ ਆਇਆ। ਤੇ ਪਿਆਰਿਓ, ਜਦੋਂ ਪੰਡ ਚਕਾਈ ਤੇ ਸਤਿਗੁਰਾਂ ਦੇ ਸਿਰ ਦੇ ਉੱਤੋਂ ਉਹ ਪੰਡ 1 ਫੁੱਟ ਉੱਤੇ, ਉੱਥੇ ਪਿਆਰਿਓ ਅਸੀਂ ਇਤਿਹਾਸ ਦੇ ਵਿੱਚ ਤੱਕਦੇ ਹਾਂ, ਜਦੋਂ ਪੰਡ 1 ਫੁੱਟ ਉੱਤੇ, ਤੇ ਤੁਰਕ ਦੇਖ ਕੇ ਕਹਿੰਦੇ ਨੇ ਇਹ ਕਿ ਇਲਾਹੀ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੈ। ਸਤਿਗੁਰੂ ਜੀ ਉਸ ਤੋਂ ਅੱਗੇ ਜਦੋਂ ਉਹਨਾਂ ਨੂੰ ਕਾਲ ਕੋਠਰੀ ਦੇ ਵਿੱਚ ਜਾ ਕੇ ਕੈਦ ਕੀਤਾ, ਉੱਥੇ ਬਾਬਰ ਨੇ ਇੱਕ ਚੱਕੀ ਦਿੱਤੀ। ਉਹ ਚੱਕੀ ਦੇ ਵਿੱਚ ਦਾਣੇ ਪੀਂਦੇ ਨੇ, ਤੇ ਜਿਹੜੀਆਂ ਅਹਿਮਨਾਬਾਦ ਦੀਆਂ ਬੀਬੀਆਂ ਸਵਾਣੀਆਂ ਆਪਣੇ ਜੋਬਨ ਦਾ ਹੰਕਾਰ ਕਰਦੀਆਂ ਸੀ, ਉਹਨਾਂ ਦੇ ਗਲ ਦੇ ਵਿੱਚ ਅੱਜ ਧੂੜ ਪਈ ਹੈ, ਉਹਨਾਂ ਦੇ ਗਲਾਂ ਦੇ ਵਿੱਚ ਸਿੱਲੀਆਂ ਲਟਕਾਈਆਂ ਗਈਆਂ ਨੇ। ਤੇ ਉੱਥੇ ਗੁਰੂ ਨਾਨਕ ਦੇਵ ਜੀ ਨੇ ਇੱਕ ਹੋਰ ਸ਼ਬਦ ਉਚਾਰਿਆ, ਜਿਨ ਸਿਰ ਸੋਹਨ ਪੱਟੀਆਂ,
ਮੰਗੀ ਪਾਏ ਸੰਧੂਰ, ਸੇ ਸਰਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ। ਜਿਹੜੇ ਸਿਰਾਂ ਦੇ ਉੱਤੇ ਕਦੀ ਸੰਧੂਰ ਸ਼ੋਭਦਾ ਸੀ, ਅੱਜ ਉਹਨਾਂ ਸਿਰਾਂ ਦੇ ਵਿੱਚ ਘੱਟਾ ਪਿਆ ਹੈ, ਤੇ ਜਿਹੜੇ ਗਲਾਂ ਦੇ ਵਿੱਚ ਕਦੀ ਮਾਲਾ ਸ਼ੋਭਦੀਆਂ ਸਨ, ਅੱਜ ਉਹਨਾਂ ਗਲਾਂ ਦੇ ਵਿੱਚ ਸਿੱਲੀਆਂ ਲਟਕੀਆਂ ਨੇ। ਸਤਿਗੁਰਾਂ ਨੇ ਇਹ ਸ਼ਬਦ ਉਚਾਰਿਆ। ਧੰਨ ਗੁਰੂ ਨਾਨਕ ਦੇਵ ਜੀ ਚੱਕੀ ਨਹੀਂ ਚਲਾਉਂਦੇ, ਹੱਥ ਦੇ ਨਾਲ ਸਿਰਫ ਦਾਣੇ ਪਾ ਰਹੇ ਨੇ, ਚੱਕੀ ਆਪ ਪਈ ਚੱਲਦੀ ਹੈ। ਉਸ ਬਾਵਰ ਨੇ ਇਹ ਤੱਕਿਆ, ਤੱਕ ਕੇ ਸਤਿਗੁਰਾਂ ਦੇ ਕੋਲ ਆਇਆ। ਪਿਆਰਿਓ, ਮੈਂ ਸੰਖੇਪ ਦੇ ਵਿੱਚ ਬੇਨਤੀ ਕਰ ਰਿਹਾ ਕਿਉਂਕਿ ਮੇਰਾ ਸਮਾਂ ਸੀਮਤ ਹੈ। ਅੱਜ ਸਤਿਗੁਰਾਂ ਦੇ ਕੋਲ ਆਇਆ, ਆ ਕੇ ਤੇ ਬੇਨਤੀ ਕਰਦਾ ਹੈ ਕਿ ਕੋਈ ਦਰਗਾਹੀ ਪੀਰ ਅਕਾਲ ਪੁਰਖ ਪਰਮਾਤਮਾ ਦਾ ਰੂਪ ਜਾਪਦਾ ਹੈ। ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਬੇਨਤੀ ਕਰਦਾ ਹੈ ਕਿ ਮੈਨੂੰ ਐਸਾ ਵਰ ਬਖਸ਼ੋ, ਮੇਰਾ ਜਿਹੜਾ ਰਾਜ ਕਦੀ ਖਤਮ ਨਾ ਹੋਵੇ। ਤੇ ਸਤਿਗੁਰਾਂ ਨੇ ਕਿਹਾ ਸੀ, ਇਹ ਜਿਹੜੇ ਨਿਰਦੋਸ਼ੀਆਂ ਨੂੰ ਫੜ ਕੇ ਲਿਆਇਆ, ਇਹਨਾਂ ਨੂੰ ਛੱਡ ਦੇ, ਤੇ ਅੱਜ ਤੋਂ ਜਿੰਨਾ ਚਿਰ ਸੱਚ ਦੇ ਨਾਲ ਜੁੜਿਆ ਰਹੇਗਾ। ਉੱਥੇ ਆਪਾਂ ਗੁਰਬਾਣੀ ਦੇ ਵਿੱਚ ਵੀ ਪੜ੍ਹਨੇ ਆ, ਆਵਨ 78 ਹੈ ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਤੂੰ ਸੱਚ ਨਾਲ ਜੁੜਿਆ ਰਹੇਗਾ, ਸੱਚ ਨੂੰ ਕਮਾਏਗਾ, ਤੇਰਾ ਇਸ ਦੁਨੀਆ ਦੇ ਉੱਤੇ ਰਾਜ ਕਾਇਮ ਰਹੇਗਾ। ਜਦੋਂ ਤੂੰ ਝੂਠ ਦੇ ਨਾਲ ਜੁੜ ਗਿਆ, ਉਸ ਸਮੇਂ ਤੇਰਾ ਇਹ ਰਾਜ ਖਤਮ ਹੋ ਜਾਣਾ ਹੈ। ਸਤਿਗੁਰੂ ਜੀ ਉਥੋਂ ਫਿਰ ਜਦੋਂ ਵਾਪਸ ਆਉਂਦੇ ਨੇ, ਐਮਨਾਬਾਦ ਦੀ ਧਰਤੀ ਦੇ ਉੱਤੇ ਆਏ। ਭਾਈ ਮਰਦਾਨਾ ਜੀ ਤੱਕਦੇ ਨੇ, ਐਮਨਾਬਾਦ ਦੀਆਂ ਗਲੀਆਂ ਦੇ ਵਿੱਚ ਨਿੱਕੀਆਂ ਨਿੱਕੀਆਂ ਬੱਚੀਆਂ ਦੀਆਂ ਆਂਦੜੀਆਂ ਖਿੱਲੀਆਂ ਨੇ। ਉੱਥੇ ਬੱਚਿਆਂ ਦਾ ਕੀ, ਬਜ਼ੁਰਗਾਂ ਦਾ ਕੀ, ਉੱਥੇ ਫੱਟ ਪਏ ਉਹਨਾਂ ਦੇ ਸੀਨਿਆਂ ਤੇ ਵੱਜੇ ਨੇ, ਟੁਕੜੇ ਬਣੇ ਪਏ ਨੇ। ਜਦੋਂ ਇਹ ਟੁਕੜੇ ਬਣੇ ਤੇ ਉੱਥੇ ਭਾਈ ਮਰਦਾਨਾ ਜੀ ਤੱਕ ਕੇ ਕਹਿੰਦੇ ਨੇ, ਇਹ ਦੇਖੋ ਐਮਨਾਬਾਦ ਦੀ ਧਰਤੀ ਦੇ ਉੱਤੇ ਕਿੰਨਾ ਘਾਣ ਹੋਇਆ ਹੈ। ਇਹ ਪਤਾ ਨਹੀਂ ਲੱਗ ਰਿਹਾ ਕਿਸ ਦਾ ਸੰਸਕਾਰ ਕੀਤਾ ਜਾਵੇ, ਕਿਸ ਨੂੰ ਦੱਬਿਆ ਜਾਵੇ। ਉੱਥੇ ਇਹ ਆਖਿਆ ਕਿ ਕਿਹੜਾ ਹਿੰਦੂ ਹੈ, ਕਿਹੜਾ ਮੁਸਲਮਾਨ ਹੈ, ਇੰਨਾ ਖਲਾਰਾ ਇਸ ਐਮਨਾਬਾਦ ਦੀ ਧਰਤੀ ਦੇ ਉੱਤੇ। ਤੇ ਇੱਕ ਪ੍ਰਸ਼ਨ ਕੀਤਾ ਗੁਰੂ ਨਾਨਕ ਦੇਵ ਜੀ ਨੂੰ, ਸਤਿਗੁਰੂ ਜੀ ਜੇ ਪਾਪ ਇੱਕ ਨੇ ਕੀਤਾ ਸੀ ਤੇ ਜਿਹੜਾ ਇਸ ਦਾ ਸੰਤਾਪ ਸਾਰਿਆਂ ਨੂੰ ਕਿਉਂ ਭੋਗਣਾ ਪਿਆ? ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਘਰੋਂ ਇਹ ਲੋਕ ਫਿਟਕਾਰੇ ਗਏ ਸੀ। ਕਿਉਂਕਿ ਹੰਕਾਰ ਦੇ ਵਿੱਚ ਜਦੋਂ ਬੰਦਾ ਆ ਜਾਂਦਾ ਹੈ ਪਿਆਰਿਓ, ਹੰਕਾਰ ਐਸੀ ਚੀਜ਼ ਹੈ, ਹੋਮੈ ਦੀਰਘ ਰੋਗ ਹੈ, दारू पी इस माहे, किरपा करे जे अपनी ता गुर का शब्द कमाहे। जेड़ा हंकार दे विच आके अकाल पुरख परमात्मा दी सिफत सलाह तो टुट जांदा है, हंकार दे विच आके अकाल पुरख परमात्मा दे गुणां नूं भुला दिंदा है, उस बंदे दा घाण निश्चित है। सतगुरां ने उत्थे इह आख्या, भाई मरदानिया ਅੱਜ ਐਮਨਾਬਾਦ ਦੀ ਧਰਤੀ ਦੇ ਉੱਤੇ ਇਹ ਲੋਕ ਜਿਹੜੇ ਨੇ ਇਹ ਹੰਕਾਰੇ ਸੀ, ਇਹ ਨਸ਼ੇ ਦੇ ਆਪਣੇ ਜੋਬਨ ਦਾ, ਆਪਣੇ ਨਸ਼ੇ ਦਾ, ਆਪਣੇ ਧਨ ਦਾ ਹੰਕਾਰ ਪੇ ਕਰਦੇ ਸੀ। ਇਹਨਾਂ ਦਾ ਘਾਣ ਨਿਸ਼ਚਿਤ। ਸਤਿਗੁਰਾਂ ਨੇ ਇਹ ਸ਼ਬਦ ਵਰਤੇ ਤੇ ਪਿਆਰਿਓ ਉਥੇ ਗੁਰਬਾਣੀ ਦੇ ਅੰਦਰ ਆਪਾਂ ਪੜ੍ਹਨੇ ਆ ਕਿ ਸਤਿਗੁਰੂ ਜੀ ਅਨੇਕਾਂ ਉਪਦੇਸ਼ ਬਖਸ਼ਦੇ ਹੋਏ ਆਪਣੇ ਜੀਵਨ ਦੇ ਵਿੱਚ ਉੱਥੇ ਇੱਕ ਸ਼ਬਦ ਉਤਾਰਦੇ ਨੇ ਕਿ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਨਿਮਰਤਾ ਦੀ ਬੇਨਤੀ ਕੀਤੀ ਸੀ ਕਿ ਜਿਸ ਨੇ ਆਪਣੇ ਜੀਵਨ ਦੇ ਵਿੱਚ ਨਿਮਰਤਾ ਨੂੰ ਕਮਾਇਆ। ਸਤਿਗੁਰੂ ਜੀ ਉੱਥੇ ਸ਼ਬਦ ਵਰਤਦੇ ਨੇ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਇਹ ਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਅੱਗੇ ਫਰਮਾਨ ਕੀਤਾ, ਕੁੰਭਾਰੈ ਏਕ ਜੋ ਮਾਟੀ ਗੂੰਧੀ, ਬਹੁ ਬਿਦ ਬਾਨੀ ਲਾਈ, ਕਾਹੂ ਮਹਿ ਮੋਤੀ ਮੁਕਦਾਹਲ, ਕਾਹੂ ਬਿਆਦ ਲਗਾਈ, ਸੂਮਹਿ ਧਨ ਰਾਖਨ ਕੋ ਦਿਆ, ਮੁਗਧ ਕਹਿ ਧਨ ਮੇਰਾ, ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੇ ਨਬੇਰਾ। ਸਤਿਗੁਰੂ ਜੀ ਕਹਿੰਦੇ ਕਾਹੂ ਦੀਨੇ ਪਾਟ ਪਟੰਬਰ। ਅੱਜ ਐਮਨਾਬਾਦ ਦੀ ਧਰਤੀ ਦੇ ਉੱਤੇ ਹੰਕਾਰੇ ਲੋਕਾਂ ਦਾ ਘਾਣ ਹੋਇਆ ਹੈ ਤੇ ਉੱਥੇ ਜੀਵਨ ਦੇ ਵਿੱਚ ਆਪਾਂ ਦੁਨਿਆਵੀ ਤੌਰ ਦੇ ਉੱਤੇ ਵੀ ਤੱਕਦੇ ਆਂ, ਐਸੇ ਲੋਕ ਨੇ ਜਿਹੜੇ ਪਲੰਘਾਂ ਦੇ ਉੱਤੇ ਸਹਿ ਰਹੇ ਨੇ, ਪੂਰੀਆਂ ਆਪਣੇ ਜੀਵਨ ਦੇ ਵਿੱਚ ਐਸ਼ੋ ਆਰਾਮ ਪਏ ਮਾਣ ਰਹੇ ਨੇ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ। ਉੱਥੇ ਉਹ ਵੀ ਲੋਕ ਆਪਣਾ ਜੀਵਨ ਬਤੀਤ ਕਰ ਰਹੇ ਨੇ ਜਿਨ੍ਹਾਂ ਨੂੰ ਸੌਣ ਵਾਸਤੇ ਇੱਕ ਜੁੱਲੀ, ਉਹ ਫੁੱਟਪਾਥ ਦੇ ਉੱਤੇ ਸੌਂ ਕੇ ਆਪਣਾ ਜੀਵਨ ਬਤੀਤ ਕਰ ਰਹੇ ਨੇ, ਉਹਨਾਂ ਨੂੰ ਕਿਤੇ ਜੁੱਲੀ ਸੌਣ ਵਾਸਤੇ ਕੱਪੜਾ ਨਹੀਂ ਮਿਲਦਾ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ।
ਕਿਸੇ ਨੂੰ ਸੌਣ ਵਾਸਤੇ ਪਾਟੀਆਂ ਜੁੱਲੀਆਂ ਨਹੀਂ ਮਿਲ ਰਹੀਆਂ ਤੇ ਕਈ 36 ਪ੍ਰਕਾਰ ਦੇ ਭੋਜਨ ਪਿਆ ਕਰ ਰਿਹਾ। ਉੱਥੇ ਵਜੀਦਾ ਬੜਾ ਸੋਹਣਾ ਲਿਖਦਾ, ਉਹ ਕਹਿੰਦਾ ਗਊਆਂ ਨੂੰ ਨਾ ਘਾਹ ਮਲੀਦਾ ਕੁੱਤਿਆਂ, ਜਾਗਦਿਆਂ ਨੂੰ ਖੋ ਕੇ ਦੇਂਦਾ ਸੁੱਤਿਆਂ, ਚਹੋ ਕੁੰਡੀ ਹੈ ਪਾਣੀ ਸਰਬ ਥਲ ਵਜੀਦਿਆ, ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਤਾਂ ਅੰਜ ਕਰ। ਕਹਿੰਦੇ ਗਊਆਂ ਨੂੰ ਘਾਹ ਖਾਣ ਵਾਸਤੇ ਨਹੀਂ ਮਿਲ ਰਿਹਾ ਤੇ ਕੁੱਤਿਆਂ ਦੇ ਜਿਹੜੇ ਬਰਥਡੇ ਨੇ ਉਹ 5 ਸਟਾਰ ਹੋਟਲਾਂ ਦੇ ਵਿੱਚ ਮਨਾਏ ਜਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ ਖਾਹੂ, ਕਾਹੂ ਖਾਨ ਪਰਾਰਾ, ਇਹ ਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਤੇ ਉਹ ਵਿਦਵਾਨ ਲਿਖਦਾ ਹੈ, ਵਜੀਦਾ ਲਿਖਦਾ ਹੈ ਕਿ ਕੁੱਤਿਆਂ ਨੂੰ ਜਿਹੜਾ ਕੁੱਤਿਆਂ ਦੇ 5 ਸਟਾਰ ਦੇ ਵਿੱਚ ਉਹਨਾਂ ਦੇ ਬਰਥਡੇ ਮਨਾਏ ਜਾ ਰਹੇ ਨੇ ਤੇ ਗਊਆਂ ਨੇ ਜਿਨ੍ਹਾਂ ਨੇ ਦੁੱਧ ਦੇਣਾ ਹੈ ਉਹਨਾਂ ਵਾਸਤੇ ਘਾਹ ਜਿਹੜਾ ਉਹ ਸੁੱਕਾ ਘਾਹ ਨਹੀਂ ਉਹਨਾਂ ਨੂੰ ਨਸੀਬ ਹੋ ਰਿਹਾ। ਉੱਥੇ ਵਜੀਦਾ ਲਿਖਦਾ ਗਊਆਂ ਨੂੰ ਨਾ ਘਾਹ ਮਲੀਦਾ ਕੁੱਤਿਆਂ, ਜਾਗਦਿਆਂ ਨੂੰ ਖੋ ਕੇ ਦੇਂਦਾ ਸੁੱਤਿਆਂ, ਚਹੋ ਕੁੰਡੀ ਹੈ ਪਾਣੀ ਸਰਬ ਥਲ ਵਜੀਦਿਆ, ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਤਾਂ ਅੰਜ ਕਰ। ਕਿਹੜਾ ਕਹਿ ਸਕਦਾ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਇਹ ਰਖਵਾਦ ਨਾ ਕੀਜੈ ਰੇ ਮਨ। ਹੇ ਮਨਾ, ਅਕਾਲ ਪੁਰਖ ਪਰਮਾਤਮਾ ਦੇ ਉਸ ਭਾਣੇ ਦੇ ਅੰਦਰ ਆਪਣਾ ਜੀਵਨ ਬਤੀਤ ਕਰ। ਅੰਦਰ ਦੀ ਦੁਬਿਧਾ ਦੇ ਵਿੱਚ ਆ ਕੇ ਸਤਿਗੁਰਾਂ ਦੇ ਨਾਲ ਗਿਲੇ ਸ਼ਿਕਵੇ ਨਾ ਕਰ। ਜੇ ਉਸ ਨੇ ਅਕਾਲ ਪੁਰਖ ਪਰਮਾਤਮਾ ਨੇ ਪਾਟੀ ਗੋਦੜੀ ਦੇ ਉੱਤੇ ਅੱਜ ਰੱਖਿਆ ਤੇ ਇੱਕ ਸਮਾਂ ਐਸਾ ਵੀ ਆਵੇਗਾ, ਇਹ ਸੱਚ ਕਰਕੇ ਜਾਣੀ, ਉਹ ਅਕਾਲ ਪੁਰਖ ਪਰਮਾਤਮਾ ਤੈਨੂੰ ਉੱਚੀਆਂ ਪਦਵੀਆਂ ਤੇ ਵੀ ਲਿਜਾ ਸਕਦਾ ਹੈ। ਕਿਉਂਕਿ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਪੂਰਖ ਤੇ ਖਲ ਮੂਰਖ ਤੇ ਪੰਡਤ ਪ੍ਰਭੂ, ਪੰਡਤ ਤੇ ਮੁਗਧਾਰੀ। ਉਹ ਅਕਾਲ ਪੁਰਖ ਪਰਮਾਤਮਾ ਕੱਖਾਂ ਚ ਰੁਲਦਿਆਂ ਨੂੰ ਤਖਤਾਂ ਦੇ ਉੱਤੇ ਬਿਠਾ ਦਿੰਦਾ ਹੈ ਤੇ ਜਿਹੜੇ ਤਖਤਾਂ ਦੇ ਉੱਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਕੱਖਾਂ ਚ ਰੋਲ ਦਿੰਦਾ ਹੈ। ਉੱਥੇ ਇੱਕ ਵਿਦਵਾਨ ਬੜਾ ਸੋਹਣਾ ਲਿਖਦਾ, ਉਹ ਕਹਿੰਦਾ ਜੋ ਹੱਸ ਰਹਾ ਹੈ उसे गम ने पाला होगा, जो चल रहा है उसके पैर में छाला होगा, बिना मेहनत के इंसान चमक नहीं सकता, जो जल रहा है उसी दीपक से उजाला होगा। ਉਹ ਕਹਿੰਦਾ ਜਿਹੜਾ ਅੱਜ ਹੱਸ ਰਿਹਾ ਹੈ ਉਹਨੂੰ ਵੇਖ ਕੇ ਆਪਣੇ ਮਨ ਨੂੰ ਥੱਲੇ ਨਾ ਡੇਗ, ਆਪਣੇ ਮਨ ਨੂੰ ਹੀਣਤਾ ਦੇ ਵਿੱਚ ਨਾ ਲਿਜਾ ਕਿ ਅੱਜ ਉਹ ਫਲਾਨਾ ਬੰਦਾ ਇਸ ਪਦਵੀ ਦੇ ਉੱਤੇ ਬੈਠਾ ਹੈ, ਸੁਖ ਮਾਣ ਰਿਹਾ ਹੈ। ਇਹ ਯਾਦ ਰੱਖੀ, ਇਹ ਸੱਚ ਕਰਕੇ ਜਾਣੀ ਪਿਆਰਿਆ, ਜਿਹੜਾ ਅੱਜ ਹੱਸ ਰਿਹਾ ਹੈ ਉਹਨੇ ਕਿੰਨਿਆਂ ਦੀ ਗੁਲਾਮੀ ਕੀਤੀ ਹੋਏਗੀ, ਕਿੰਨਿਆਂ ਦੇ ਕੱਪੜੇ ਧੋਤੇ ਹੋਣਗੇ, ਕਿੰਨਿਆਂ ਦੇ ਪੈਰ ਉਹਨੇ ਫੜੇ ਹੋਣਗੇ ਤੇ ਅੱਜ ਤਾਂ ਜਾ ਕੇ ਉਹ ਉਸ ਪਦਵੀ ਦੇ ਉੱਤੇ ਬੈਠਾ। ਇਹ ਸੱਚ ਕਰਕੇ ਜਾਣੀ। ਉਹ ਵਿਦਵਾਨ ਕਹਿੰਦਾ ਹੈ ਜੋ ਹੱਸ ਰਹਾ ਹੈ ਉਸੇ ਗਮ ਨੇ ਪਾਲਾ ਹੋਗਾ। ਉਹਨੇ ਸਿਸਕੀਆਂ ਲੈ ਲੈ ਕੇ, ਉਹਨੇ ਹਟਕੋਰੇ ਲੈ ਲੈ ਕੇ ਆਪਣੇ ਜੀਵਨ ਦਾ ਇੱਕ ਦਿਨ ਕੱਢ ਕੇ ਤੇ ਉਸ ਪਦਵੀ ਦੇ ਉੱਤੇ ਜਾ ਕੇ ਬੈਠਾ ਹੈ। ਜੇ ਉਹ ਉਸ ਪਦਵੀ ਤੇ ਬੈਠਾ ਤੇ ਉਹਨੇ ਪਿੱਛੇ ਘਾਲਣਾ ਵੀ ਬੜੀ ਘਾਲੀ। ਜੋ ਹੱਸ ਰਹਾ ਹੈ उसे गम ने पाला होगा, जो चल रहा है उसके पैर में छाला होगा। जेड़ा चलन डिया है उसने जदों सफर तय किया ते अनेकां जेड़े ओदे जीवन दे विच वितकरे आए होणगे, औंकड़ां आईयां होणगियां, मुश्किलां आईयां होणगियां, उस मुश्किलां तो बाद जाके वो पदवी दे उत्ते अपनी मंजिल ते पहुंचा। ओदे पैर ते अनेकां छाले पए होणगे। जो चल रहा है उसके पैर में छाला होगा, बिना मेहनत के इंसान चमक नहीं सकता। आज मेहनत तो बिना इंसान जेड़ा किसी दे सामने नहीं आ सकता, बिना मेहनत के इंसान चमक नहीं सकता। जो जल रहा है उसी दीपक से उजाला होगा। जेड़ा दीपक जगदा है, भाव दीवा जेड़ा दीवे विच तेल पिया, बत्ती पई है, जिन्ना चिर उस नूं ਚੰਗਿਆਰੀ ਨਾ ਦਿੱਤੀ ਜਾਵੇ ਦੀਵਾ ਨਹੀਂ ਬਲਦਾ। ਤੇ ਪਿਆਰਿਓ ਇਨਸਾਨ ਤੇ ਜ਼ਰੂਰ ਬਣ ਗਿਆ, ਪਰ ਇਸ ਨੂੰ ਜਿਹੜਾ ਉਜਾਲਾ ਮਿਲਣਾ ਸੀ ਉਹ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਤੋਂ, ਅਕਾਲ ਪੁਰਖ ਪਰਮਾਤਮਾ ਦੀ ਵਿਚਾਰ ਤੋਂ ਮਿਲਣਾ ਸੀ। ਫਿਰ ਇਸ ਨੇ ਇਨਸਾਨ ਬਣਨਾ ਸੀ। ਤੇ ਅੱਜ ਅਸੀਂ ਦੇਖਦੇ ਹਾਂ, ਅੱਜ ਦੁਨਿਆਵੀ ਤੌਰ ਦੇ ਉੱਤੇ ਜੇ ਅਸੀਂ ਤੱਕੀਏ ਤੇ ਪਿਆਰਿਓ, ਅੱਜ ਬੰਦਾ ਹੀ ਨਹੀਂ ਬਣ ਕੇ ਰਾਜੀ। ਅੱਜ ਬੰਦਾ ਜਿਹੜਾ ਉਹ ਹੈਵਾਨਾਂ ਵਾਲੇ ਕੰਮ ਕਰ ਰਿਹਾ। ਤੇ ਸਤਿਗੁਰੂ ਜੀ ਉੱਥੇ ਵਿਦਵਾਨ ਇਹ ਕਹਿੰਦਾ ਹੈ
कि जो जल रहा है उसी दीपक से उजाला होगा। जेड़ा दीपक जग रहा है ओदे तो उजाला हुंदा है। ते चार बंदे दूर खलोते ये भी गल करते ने कि फलाने हनेरे दे विच दीपक जग रहा है, ते चार बंदे ओदी गल भी करते ने। क्योंकि जेड़ा बंदा अपने जीवन दे विच घालना घालदा होया किसे पदवी दे उत्ते बहिंदा है, अपने जीवन दे विच ऐसे गुणां नूं कमा के जांदा है, उस नूं अकाल पुरख परमात्मा दे घर दे विच भी थां मिलदी है। ते चार बंदे ओदी उस्तत करदे ने। सच्चा मार्ग चलदियां उस्तत करे जहान, सच्चे मार्ग ते चलदियां होया जहान भी उस्तत करदा है। धन गुरु नानक देव जी ने अज भाई मरदाने नूं ये गल समझाई। ते उत्थे मैं एक छोटी जी उदाहरण होर देवां ते मैं बेनती कर रहा सां। तां गुरु नानक देव जी नूं प्रश्न करदा है बाला कि ऐमनाबाद दी धरती दे उत्ते एक घाण क्यों होया? इस ऐमनाबाद दी धरती दे उत्ते जे पाप एक ने कीता सी ते सारिआं नूं क्यों भोगना पिया? ते उत्थे जदों आपां कोर्ट दे विच जज जिहड़ा फैसला सुणाउंदा है, भाव जज फैसला जरूर सुणाउंदा है, पर ओदी जिहड़ी जदों फांसी ते उस गुनाहगार नूं चढ़ाया जांदा है, उदों जलाद आउंदा है, जलाद आके उस नूं फांसी दे उत्ते चढ़ांदा है। भाव यह है प्यारिओ, जज जिहड़ा बैठा अपने कलम दे नाल उस फैसले नूं मुकर्रर कर दिंदा है, ते ओदे बाद जलाद जिहड़ा उस बंदे नूं जिहड़ा उथों दा दोषी है उस नूं फांसी ते चढ़ांदा है। अकाल पुरख परमात्मा दे घरों उन्हां हंकारे लोकां दी उस विधि नूं उस विधान नूं लिखिया गया। ते अज ऐमनाबाद दी धरती दे उत्ते पाप दी जंज लैके बाबर आया, उसने उस ऐमनाबाद दी धरती दे हंकारे लोकां दा घाण कीता। उत्थे प्यारिओ जदों इह घाण होया, उस तो बाद धन गुरु नानक देव जी भाई लालो दे नाल उस जगह दे उत्ते व्यापक ने। ते पहली धर्मशाला धन गुरु नानक देव जी ने भाई लालो दे घर दे विच व्यापक कीती सी। इस सतगुरां ने अपने जीवन दे विच प्यारिओ यही समझाया कि जेड़ा निमरता दे घर दे विच आके अकाल पुरख परमात्मा दे दर दे उत्ते सेवा करदा है, सिमरन करदा है, उस अकाल पुरख परमात्मा दे लड़ लगदा है। उस अकाल पुरख परमात्मा दे घरों इन्नियां वडियाइयां लै जांदा है जिन्हां वडियाइयां नूं इंसान इस जीवन दे विच जिउंदा होया अपने जीवन दे विच माणदा है। अज बहुतात गिणती दे विच प्यारिओ मैं 2 मिनट दे विच समाप्ति करांगा, मेरा समा समाप्त है। अज दुनियावी तौर दे उत्ते प्यारिओ दुनिया दे विच असीं तकदे हां सलामां ओनूं हुंदियां ने जिहदे जीव दे विच 4 टके ने, जेदी दुनियावी तौर दे उत्ते शोहरत ते दौलत ते ओदी पदवी उच्ची है, उस नूं सलामां हुंदियां ने। जिहड़ा नाम नाल जुड़िया है, बाणी नाल जुड़िया है, अकाल पुरख परमात्मा दी सिफत सलाह नाल जुड़िया है, ओनूं कोई नहीं पुछदा। उत्थे विद्वान बड़ा सोहना लिखदा है, ਉਹ ਕਹਿੰਦਾ ਜਦ ਬੋਝਾ ਮੇਰਾ ਭਾਰੀ ਸੀ, ਮੇਰੀ ਕਈਆਂ ਦੇ ਨਾਲ ਯਾਰੀ ਸੀ, ਮੈਂ ਰਾਜਾ ਸੀ ਆਪਣੇ ਮਹੱਲ ਦਾ, ਮੇਰੀ ਆਪਣੀ ਦੁਨੀਆਦਾਰੀ ਸੀ, ਜਦ ਬੋਝਾ ਮੇਰਾ ਖਿਸਿਆ ਏ, ਕੋਈ ਮੁੜ ਕੇ ਯਾਰ ਨਾ ਦਿਸਿਆ ਏ। ਉਹ ਤਾਂ ਪੈਸੇ ਦੀ ਸਰਦਾਰੀ ਸੀ, ਜਦ ਬੋਝਾ ਮੇਰਾ ਭਾਰੀ ਸੀ, ਮੇਰੀ ਕਈਆਂ ਦੇ ਨਾਲ ਯਾਰੀ ਸੀ। ਉਹ ਕਹਿੰਦਾ ਜਿੰਨਾ ਚਿਰ ਬੰਦੇ ਦੇ ਕੋਲ ਪੈਸਾ ਹੈ ਤੇ ਗੁਰਬਾਣੀ ਵੀ ਉਪਦੇਸ਼ ਕਰਦੀ ਹੈ। ਆਪਾਂ ਉਹ ਸ਼ਬਦ ਪੜ੍ਹਨੇ ਆ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਸਭ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੈ। घर की नार बहुत हित जास्यों, सदा रहत संग लागी, जब ही हंस तजी एह काया, प्रेत प्रेत कर भागी। एह बिद को व्यवहार बन्यो है, जासों नेहों लगायो, अंत बार नानक बिन हरजी, कोई काम ना आयो। अकाल पुरख परमात्मा दे नाम तो बगैर कोई काम नहीं आउंदा। ते विद्वान कहंदा जद बोझा मेरा भारी सी, मेरी कईयां दे नाल यारी सी। ਜਦੋਂ ਤੱਕ ਬੰਦੇ ਕੋਲ ਦੁਨਿਆਵੀ ਤੌਰ ਦੇ ਉੱਤੇ ਸ਼ੋਹਰਤ ਤੇ ਉਸਤਤ ਤੇ ਉਹਦੇ ਕੋਲ 4 ਟਕੇ ਨੇ, ਉਹਦੇ ਕੋਲ ਆ ਕੇ ਸਾਰੇ ਢੁਕਦੇ ਨੇ। ਤੇ ਜਦੋਂ ਪਿਆਰਿਓ ਉਹਦੇ ਕੋਲ 4 ਟਕੇ ਨਹੀਂ, ਉਹਦੇ ਕੋਲ ਕੁਛ ਨਹੀਂ, ਰਿਸ਼ਤੇਦਾਰੀਆਂ ਸਾਕ ਸੰਬੰਧੀਆਂ ਇੱਕ ਕੁਟੰਬ ਜਿਹੜਾ ਦਿਸਦਾ ਉਹਨਾਂ ਚਿਰ ਜਿੰਨਾ ਚਿਰ ਬੰਦੇ ਕੋਲ 4 ਟਕੇ ਨੇ,
ਜਦੋਂ ਬੰਦੇ ਕੋਲ 4 ਟਕੇ ਨਾ ਹੋਣ, ਸਰੀਰ ਜਵਾਬ ਦੇ ਜਾਵੇ, ਸਰੀਰ ਰੋਗੀ ਹੋ ਜਾਵੇ, ਉਸ ਸਮੇਂ ਇਸ ਸੰਸਾਰ ਦੇ ਵਿੱਚ ਕੋਈ ਲਾਗੇ ਨਹੀਂ ਲੱਗਦਾ। ਪਿਆਰਿਓ, ਇਹ ਸੱਚ ਜਾਣ ਕੇ ਜਾਣਿਓ ਕਿ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜਾ ਹੈ ਉਹੀ ਅਖੀਰਲੇ ਸਮੇਂ ਦੇ ਵਿੱਚ ਆ ਕੇ ਸਹਾਈ ਹੁੰਦਾ ਹੈ। ਉੱਥੇ ਇੱਕ ਵਿਦਵਾਨ ਬੜਾ ਸੋਹਣਾ ਲਿਖਦਾ, ਉਹ ਕਹਿੰਦਾ, ਕੋਈ ਬਣ ਗਿਆ ਰੌਣਕ ਗਲੀਆਂ ਦੀ, ਕੋਈ ਛੱਡ ਕੇ ਸੀਸ ਮਹੱਲ ਚੱਲਿਆ, ਕੋਈ ਪਾਲਿਆ ਨਖਰਿਆਂ ਨਾਜਾਂ ਨਾਲ, ਕੋਈ ਗਰਮ ਰੇਤ ਦੇ ਤਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦਾ, ਇੱਥੇ ਸਭ ਮੁਸਾਫਿਰ ਨਹੀਂ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਇਹ ਸੱਚੇ ਪਿਆਰਿਓ, ਇੱਥੇ ਸਾਰੇ ਮੁਸਾਫਿਰ ਨੇ, ਆਇਆ ਗਿਆ ਮੂਆ ਨਾਉ। ਇਸ ਸੰਸਾਰ ਦੇ ਵਿੱਚ ਬੰਦਾ ਆਉਂਦਾ ਹੈ, ਆ ਕੇ ਆਪਣੇ ਜੀਵਨ ਦੇ ਵਿੱਚ ਕੁਟੰਬ ਲੀਲਾ ਦੇ ਵਿੱਚ ਵਿਅਰਥ ਹੋ ਕੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਚਲੇ ਜਾਂਦਾ ਹੈ। ਮੈਂ ਆਪ ਜੀ ਦੇ ਨਾਲ ਪਹਿਲੇ ਸ਼ਬਦਾਂ ਦੇ ਵਿੱਚ ਨਿਮਰਤਾ ਦੀ ਗੱਲ ਕੀਤੀ ਸੀ ਕਿ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ। ਦੂਜਾ ਸ਼ਬਦ ਆਪ ਜੀ ਦੇ ਨਾਲ ਸਾਂਝਾ ਕੀਤਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਚਰਣੀ ਹਾਟ ਬਿਕਾਨਾ, ਜਿਤ ਲਾਗਾ ਤਿਤ ਲਾਗਾ, ਜਿਤ ਲਾਇਆ ਤਿਤ ਲਾਗਾ। ਸਤਿਗੁਰੂ ਜੀ ਮਿਹਰ ਕਿਰਪਾਲਤਾ ਕਰਨ, ਇਹਨਾਂ ਸ਼ਬਦਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਜੋਗ। ਇੰਨੀਆਂ ਬੇਨਤੀਆਂ ਕਰਦਾ ਹੋਇਆ ਖੀਮਾ ਦਾ ਚਾਚਕ ਸਤਿਗੁਰਾਂ ਦੇ ਇਤਿਹਾਸ ਨੂੰ ਵਾਚਦਿਆਂ ਹੋਇਆਂ ਗੁਰਬਾਣੀ ਰੂਪ ਦੇ ਵਿੱਚ ਏਕ ਨਹੀਂ ਅਨੇਕੋ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਜੋਗ। ਦੇਹੋ ਸੱਜਣ ਆਸੀਸਣੀਆਂ, ਜਿਉ ਹੋਵੇ ਸਾਹਿਬ ਸੁਮੇਲ, ਵਿਚਾਰ ਕਰਨ ਦੀ ਜਾਚ ਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।